ਸਤਨਾਮ। ਵਾਹਿਗੁਰੂ ਸਾਹਿਬ ਜੀਓ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣਹੁ ਆਪੇ। हम रुलते फिरते कोई बात न पूछता, गुर सतगुर संग कीरे हम थापे। उस्तत निंदिया नाहे जिह, कंचन लोह समान। कहो नानक सुन रे मना, मुकत ताहि तै जान। कहो नानक सुन रे मना, मुकत ताहि तै जान। परम सन्मानयोग जुगो जुग अटल चवर छतर तख्त दे मालक, सारी कायनात दे रहबर, कल युग के जहाज, दया दे खजाने, धन धन सतगुरु गुरु ग्रंथ साहिब महाराज जी दी पावन पवित्र हजूरी अंदर जुड़ बैठी गुरु साजी निवाजी साध संगत जी, सतगुरां दी अपार रहमत बख्शिश होई। पातशाह जी की पावन हजूरी विच सज के खसम की बाणी दे रस पिन्ने कीर्तन सरवण करन दा सुभाग समा प्राप्त होया। आओ गुरु सवारियो, जिथे बड़े प्यार दे नाल कीर्तन दे विच हाज़री भरी है, उसे ही प्यार उसे ही एकाग्रता नूं कायम रखदे होया जो सतगुरु गुरु तेग बहादुर महाराज जी के पावन सलोकां दी विचार पिछले कुछ समय तो आरंभ हुई है, उस लड़ी नूं अगे कंटिन्यू करदियां होया जो अज दा पावन सलोक है। उस्तत निंदिया नाहे जिह, कंचन लोह समान। कहो नानक सुन रे मना, मुकत ताहे तै जान। ये सतगुरां दा 14वां 14th सलोक है। गुरु तेग बहादुर महाराज कहंदे कि जिस इंसान दे अंदर उस्तत अते निंदिया, उस्तत दा मतलब है जी फ्रेज, निंदिया दा मतलब है जी सलैंडर। जिहड़ा इंसान इन्हां दोनां गल्लां तो उपर उठ गया, जिसनूं उस्तत दे नाल फर्क कोई नहीं पैंदा, निंदिया सुन के जिहदा अंदर सड़दा नहीं, कंचन कंचन कहंदे ने सोने नूं, गोल्ड। लोह, लोह दा मतलब हुंदा है जी लोहा, आयरन। जिहड़ा सोने नूं लोहे दे बराबर समझदा है, मतलब जिस दे अंदर लालच नहीं, जिहड़ा माया दे मोह दे विच नहीं फसदा। उस्तत निंदिया नाहे जिह, कंचन लोह समान। कहो नानक सुन रे मना, मुकत ताहे तै जान। सतगुरु जी कहते ऐसा इंसान ही मुक्त गिणिया जाएगा। ये इस पावन सलोक का संखेप भाव है। सतगुरु जी इस पावन सलोक के राही सानू समझा की रहे ने, ये आपां विचारना है। विचारां दी प्रारंभता तो पहलां आओ
ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਬੜੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਤਿਗੁਰਾਂ ਨੇ ਪ੍ਰਮਾਤਮਾ ਦੇ ਲਈ ਇੱਕ ਵਰਡ ਯੂਜ਼ ਕੀਤਾ। ਪਾਤਸ਼ਾਹ ਜੀ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਹੈ ਉਹ ਬੇਮੁਹਤਾਜ ਹੈ। ਬੇਮੁਹਤਾਜ ਦਾ ਮਤਲਬ ਹੁੰਦਾ ਹੈ ਕਿ ਉਸ ਰੱਬ ਨੂੰ ਕਿਸੇ ਦੇ ਉੱਤੇ ਡਿਪੈਂਡ ਰਹਿਣ ਦੀ ਜ਼ਰੂਰਤ ਨਹੀਂ, ਉਹ ਇੰਡੀਪੈਂਡੈਂਟ ਹੈ। ਰੱਬ ਕਿਸੇ ਦੇ ਉੱਤੇ ਡਿਪੈਂਡ ਨਹੀਂ ਜੇ ਕਰਦਾ। ਬਾਣੀ ਦੇ ਵਿੱਚ ਵਾਰ-ਵਾਰ ਤੁਸੀਂ ਇਹ ਲਫ਼ਜ਼ ਦੇ ਦਰਸ਼ਨ ਕਰੋਗੇ। ਜਦੋਂ ਕਿਤੇ ਆਪਾਂ ਸਹਿਜ ਪਾਠ ਕਰਨ ਬੈਠੀਏ ਤੇ ਪਾਠ ਕਰਦਿਆਂ ਇਹ ਲਫ਼ਜ਼ ਤੁਹਾਡੇ ਸਾਹਮਣੇ ਕਈ ਵਾਰ ਆਏਗਾ, ਜਿਹਦੇ ਵਿੱਚ ਗੁਰੂ ਸਾਹਿਬ ਵਾਰ-ਵਾਰ ਕਹਿਣਗੇ ਕਿ ਪ੍ਰਮਾਤਮਾ ਜਿਹੜਾ ਹੈ ਉਹ ਬੇਮੁਹਤਾਜ ਹੈ, ਉਹ ਕਿਸੇ ਦੇ ਉੱਤੇ ਡਿਪੈਂਡ ਨਹੀਂ ਕਰਦਾ, ਇੰਡੀਪੈਂਡੈਂਟ ਹੈ। ਤੇ ਖਿਆਲ ਕਰਿਓ ਜਿਹੜਾ ਪ੍ਰਮਾਤਮਾ ਆਪ ਇੰਡੀਪੈਂਡੈਂਟ ਹੈ ਨਾ, ਉਸਨੇ ਜੋ ਕ੍ਰੀਏਟ ਕੀਤਾ ਹੈ, ਜੋ ਕੁਝ ਵੀ ਉਸਨੇ ਕ੍ਰੀਏਸ਼ਨ ਕ੍ਰੀਏਟ ਕੀਤੀ ਹੈ, ਉਹ ਸਭ ਕੁਝ ਹੀ ਇੰਡੀਪੈਂਡੈਂਟ ਹੈ। ਪ੍ਰਮਾਤਮਾ ਨੇ ਕਿਸੇ ਨੂੰ ਕਿਸੇ ਦੇ ਉੱਤੇ ਡਿਪੈਂਡ ਹੋਣ ਲਈ ਨਹੀਂ ਬਣਾਇਆ। ਪ੍ਰਮਾਤਮਾ ਨੇ ਹਰ ਇੱਕ ਨੂੰ ਇੰਡੀਪੈਂਡੈਂਟ ਬਣਾਇਆ, ਚਾਹੇ ਕੋਈ ਇਨਸਾਨ ਹੋਵੇ, ਚਾਹੇ ਕੋਈ ਪਸ਼ੂ ਹੈ, ਚਾਹੇ ਕੋਈ ਜਾਨਵਰ ਹੈ, ਚਾਹੇ ਕੋਈ ਪੰਛੀ ਹੈ। ਰੱਬ ਨੇ ਕਿਸੇ ਨੂੰ ਕੈਦ ਦੇ ਵਿੱਚ ਨਹੀਂ ਪਾਇਆ, ਰੱਬ ਨੇ ਕਿਸੇ ਨੂੰ ਪਿੰਜਰੇ ਦੇ ਵਿੱਚ ਨਹੀਂ ਪਾਇਆ। ਹਰ ਇੱਕ ਇਨਸਾਨ, ਹਰ ਇੱਕ ਪਸ਼ੂ ਪਕਸ਼ੀ, ਹਰ ਇੱਕ ਜਾਨਵਰ ਜਿਹੜਾ ਹੈ ਪ੍ਰਮਾਤਮਾ ਦੁਆਰਾ ਆਜ਼ਾਦ ਪੈਦਾ ਕੀਤਾ ਗਿਆ। ਇੰਡੀਪੈਂਡੈਂਟ ਨੂੰ ਪੰਜਾਬੀ 'ਚ ਆਜ਼ਾਦ ਕਹਿੰਦੇ ਨੇ ਜੀ, ਸੁਤੰਤਰ। ਪ੍ਰਮਾਤਮਾ ਨੇ ਹਰ ਇੱਕ ਨੂੰ ਆਜ਼ਾਦ ਪੈਦਾ ਕੀਤਾ ਹੈ। ਤੇ ਜਿਹੜੇ ਜਾਨਵਰ, ਜਿਹੜੇ ਪਸ਼ੂ ਪੰਛੀ ਅਸੀਂ ਦੇਖਦੇ ਹਾਂ ਨਾ ਕੈਦ ਦੇ ਵਿੱਚ, ਪਿੰਜਰਿਆਂ ਦੇ ਵਿੱਚ ਬੰਦ ਨੇ, ਇਹ ਆਪਣੇ ਮਨ ਦੇ ਵਿੱਚ ਮਤ ਸੋਚੀਏ ਕਿ ਰੱਬ ਨੇ ਉਹਨਾਂ ਨੂੰ ਪਿੰਜਰੇ ਦੇ ਵਿੱਚ ਪਾਇਆ ਹੈ, ਰੱਬ ਨੇ ਉਹਨਾਂ ਨੂੰ ਕੇਜਸ ਦੇ ਵਿੱਚ ਜਾਂ ਪ੍ਰਿਜ਼ਨ ਦੇ ਵਿੱਚ ਪਾਇਆ ਹੋਇਆ। ਨਹੀਂ, ਜਿਹੜੇ ਪੰਛੀਆਂ ਨੂੰ ਪਿੰਜਰੇ ਦੇ ਵਿੱਚ ਬੰਦ ਕਰਕੇ ਆਪਾਂ ਰੱਖਦੇ ਹਾਂ, ਉਹ ਇਨਸਾਨ ਦਾ ਇਹ ਕਰਮ ਹੈ। ਇਨਸਾਨ ਨੇ ਇੱਕ ਪੰਛੀ ਨੂੰ, ਉਹ ਪੰਛੀ ਜਿਹੜਾ ਆਜ਼ਾਦ ਸੀ, ਉਸ ਆਜ਼ਾਦ ਉੱਡਦੇ ਪੰਛੀ ਨੂੰ ਫੜ ਕੇ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ। ਇੱਕ ਜਾਨਵਰ ਜਿਹੜਾ ਜੰਗਲ ਦੇ ਵਿੱਚ ਆਜ਼ਾਦੀ ਦਾ ਸਾਹ ਲੈ ਰਿਹਾ ਸੀ, ਉਸ ਜਾਨਵਰ ਨੂੰ ਆਪਣੇ ਫਾਇਦੇ ਦੇ ਲਈ ਪਕੜ ਕੇ ਇੱਕ ਪਿੰਜਰੇ ਦੇ ਵਿੱਚ, ਇੱਕ ਕੈਦ ਦੇ ਵਿੱਚ ਬੰਦ ਕਰ ਦਿੱਤਾ। ਰੱਬ ਨੇ ਹਰ ਇੱਕ ਨੂੰ ਆਜ਼ਾਦ ਪੈਦਾ ਕੀਤਾ। ਇਨਸਾਨ ਚਾਹੁੰਦਾ ਹੈ ਕਿ ਮੈਂ ਆਜ਼ਾਦ ਰਹਾਂ, ਪਰ ਯਾਦ ਰੱਖਿਓ ਜੇ ਇਨਸਾਨ ਦੀ ਇਹ ਚਾਹਤ ਹੈ ਕਿ ਮੈਂ ਆਜ਼ਾਦ ਹੋਵਾਂ, ਤੇ ਸਤਿਗੁਰੂ ਜੀ ਕਹਿੰਦੇ ਭਲਿਆ ਜੇ ਤੇਰੀ ਇਹ ਇੱਛਾ ਹੈ ਆਜ਼ਾਦ ਹੋਣ ਦੀ, ਤੇ ਪਸ਼ੂ ਪੰਛੀ ਜਾਨਵਰ ਵੀ ਇਹ ਇੱਛਾ ਰੱਖਦੇ ਨੇ, ਉਹਨਾਂ ਦੇ ਅੰਦਰ ਵੀ ਇਹ ਭਾਵਨਾ ਹੈ ਕਿ ਉਹਨਾਂ ਨੂੰ ਕੋਈ ਪਿੰਜਰੇ ਦੇ ਵਿੱਚ, ਕੋਈ ਕੈਦ ਦੇ ਵਿੱਚ ਨਾ ਪਾਏ। ਕਿਉਂਕਿ ਕੈਦ ਜਿਹੜੀ ਹੈ ਨਾ, ਪ੍ਰਿਜ਼ਨ ਜਿਹੜੀ ਹੈ, ਦੁਖਦਾਈ ਹੈ। ਕੋਈ ਵੀ ਇਨਸਾਨ ਕੈਦ ਦੇ ਵਿੱਚ ਜਾਣਾ ਪਸੰਦ ਨਹੀਂ ਕਰੇਗਾ। ਕੋਈ ਵੀ, ਜੇਕਰ ਤੁਸੀਂ ਕਿਸੇ ਨੂੰ ਕਹੋ ਨਾ ਮੈਂ ਤੈਨੂੰ ਇੰਨੇ ਪੈਸੇ ਦੇਵਾਂਗਾ, ਪਰ ਆਪਣੀ ਜ਼ਿੰਦਗੀ ਦੇ ਕੀਮਤੀ ਕੁਝ ਸਾਲ ਜਿਹੜੇ ਨੇ ਤੂੰ ਕੈਦ ਦੇ ਵਿੱਚ ਬਤੀਤ ਕਰਨੇ ਨੇ, ਉਹ ਪੈਸਿਆਂ ਨੂੰ ਤਾਂ ਠੋਕਰ ਮਾਰ ਦੇਗਾ, ਕੈਦ ਵਿੱਚ ਜਾਣਾ ਪਸੰਦ ਨਹੀਂ ਕਰੇਗਾ। ਕਿਉਂ? ਕਿਉਂਕਿ ਕੈਦ ਜੀਵਨ ਵਾਸਤੇ ਦੁਖਦਾਈ ਹੈ, ਪ੍ਰਿਜ਼ਨ ਜੀਵਨ ਵਾਸਤੇ ਦੁਖਦਾਈ ਹੈ, ਜਾਣਾ ਨਹੀਂ ਚਾਹੁੰਦਾ। ਇਹ ਸੰਸਾਰਿਕ ਤੌਰ 'ਤੇ ਤਾਂ ਗੱਲ ਇਨਸਾਨ ਨੂੰ ਸਮਝ ਪੈ ਗਈ, ਕੋਈ ਨਹੀਂ ਜਾਏਗਾ। ਪਰ ਜੇਕਰ ਆਪਾਂ ਥੋੜ੍ਹਾ ਜਿਹਾ ਸਪਿਰਿਚੁਅਲ ਤੌਰ 'ਤੇ ਦੇਖੀਏ, ਅਧਿਆਤਮਿਕ ਤੌਰ 'ਤੇ ਦੇਖੀਏ, ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਤਾਂ ਸਤਿਗੁਰੂ ਜੀ ਵਾਰ-ਵਾਰ ਕਹਿੰਦੇ ਨੇ ਕਿ ਇਹ ਇਨਸਾਨ ਜਿਹੜਾ ਹੈ ਵੇਖਣ ਨੂੰ ਤਾਂ ਆਜ਼ਾਦ ਨਜ਼ਰ ਆ ਰਿਹਾ ਹੈ, ਪਰ ਅੰਦਰੂਨੀ ਤੌਰ 'ਤੇ ਇਹ ਕਈ ਤਰ੍ਹਾਂ ਦੀ ਕੈਦ ਦੇ ਵਿੱਚ ਫਸਿਆ ਬੈਠਾ ਹੈ, ਕਈ ਤਰ੍ਹਾਂ ਦੀ ਕੈਦ ਦੇ ਵਿੱਚ ਬੁਰੀ ਤਰ੍ਹਾਂ ਜਕੜਿਆ ਪਿਆ ਹੈ। ਭਗਤ ਕਬੀਰ ਜੀ ਨੇ ਬੜੀ ਪਿਆਰੀ ਐਗਜ਼ਾਮਪਲ ਦਿੱਤੀ ਆਪਣੀ ਬਾਣੀ ਦੇ ਵਿੱਚ। ਗੌੜੀ ਰਾਗ ਪੜ੍ਹਿਓ, ਗੌੜੀ ਰਾਗ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਹੈ, ਤੇ ਕਬੀਰ ਸਾਹਿਬ ਇੱਕ ਐਗਜ਼ਾਮਪਲ ਦੇ ਥਰੂ ਸਮਝਾਉਂਦੇ ਨੇ। ਹੁਣ ਕੈਦ ਕੀ ਹੈ ਜੀ, ਕਿਸ ਤਰ੍ਹਾਂ ਇਨਸਾਨ ਕੈਦ ਦੇ ਵਿੱਚ ਫਸਦਾ ਹੈ, ਇਸ ਕੈਦ ਦੀ ਗੱਲ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਤਰੀਕੇ ਦੇ ਨਾਲ ਬਿਆਨ ਕੀਤਾ ਆਨੰਦ ਸਾਹਿਬ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਆਇਆ ਸੀ ਆਜ਼ਾਦ ਇਸ ਦੁਨੀਆ ਦੇ ਵਿੱਚ, ਪਰਮਾਤਮਾ ਨੇ ਇਸ ਇਨਸਾਨ ਨੂੰ ਵੀ ਇੰਡੀਪੈਂਡੈਂਟ ਭੇਜਿਆ ਇਸ ਦੁਨੀਆ ਦੇ ਵਿੱਚ। ਪਰ ਹੋਇਆ ਕਿ ਜਦੋਂ ਸੰਸਾਰ ਦੇ ਵਿੱਚ ਆਇਆ, ਸੰਸਾਰ ਦੇ ਵਿੱਚ ਕਦਮ ਰੱਖਣ ਦੀ ਦੇਰ ਸੀ, ਇਹ ਇਨਸਾਨ ਇੱਕ ਐਸੀ ਕੈਦ ਦੇ ਵਿੱਚ ਫਸ ਗਿਆ
ਜਿਸ ਕੈਦ ਬਾਰੇ ਇਸ ਨੂੰ ਖਬਰ ਹੀ ਕੋਈ ਨਹੀਂ ਹੈ ਕਿ ਮੈਂ ਆਤਮਿਕ ਤੌਰ ਤੇ ਲੁੱਟਿਆ ਜਾ ਰਿਹਾ, ਆਤਮਿਕ ਤੌਰ ਤੇ ਮੇਰਾ ਜੀਵਨ ਜਿਹੜਾ ਹੈ ਉਹ ਬੜਾ ਹੀ ਨੀਵਾਂ ਜਾ ਰਿਹਾ ਹੈ, ਆਤਮਿਕ ਤੌਰ ਤੇ ਮੈਂ ਆਪਣੀ ਮੰਜ਼ਿਲ ਵੱਲ ਨਹੀਂ ਵੱਧਦਾ ਪਿਆ, ਇਸ ਗੱਲ ਦੀ ਇਸ ਨੂੰ ਸਮਝ ਹੀ ਨਹੀਂ ਪਈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਰੋਜ਼ਾਨਾ ਹੀ ਆਪਾਂ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਅਮਰ ਵਰਤਾਇਆ ਦਾ ਜਿਹੜਾ ਭਾਵ ਹੈ ਨਾ ਸਾਧ ਸੰਗਤ, ਇਹਦਾ ਮਤਲਬ ਹੈ ਕਿ ਜਦੋਂ ਇਨਸਾਨ ਦੁਨੀਆ ਦੇ ਵਿੱਚ ਆਇਆ, ਇਸ ਮਾਇਆ ਨੇ ਇਨਸਾਨ ਨੂੰ ਆਪਣੀ ਕੈਦ ਦੇ ਵਿੱਚ ਫਸਾ ਲਿਆ, ਕੈਦ ਕਰ ਲਿਆ। ਮਾਇਆ ਨੇ ਇਸ ਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ। ਤੇ ਕਬੀਰ ਸਾਹਿਬ ਇਸੇ ਹੀ ਗੱਲ ਨੂੰ ਇਵੇਂ ਬਿਆਨ ਕਰਦੇ ਪਏ ਨੇ, ਕਹਿੰਦੇ ਜਿਸ ਤਰ੍ਹਾਂ ਜਿਉਂ ਕੱਪ ਕੈ ਕਰ ਮੁਸ਼ਟ ਚੰਨਨ ਕੀ, ਲੁਬਦ ਨਾ ਤਿਆਗ ਦਿਓ। ਕੱਪ ਕਹਿੰਦੇ ਨੇ ਜੀ ਬਾਂਦਰ ਨੂੰ, ਮੰਕੀ ਕਹਿੰਦੇ ਨੇ। ਜਿਸ ਤਰ੍ਹਾਂ ਇੱਕ ਮਿੱਟੀ ਦਾ ਭਾਂਡਾ ਪਿਆ ਹੋਇਆ ਹੈ, ਹੁਣ ਸ਼ਿਕਾਰੀ ਕੀ ਕਰਦੇ ਨੇ ਬਾਂਦਰ ਨੂੰ ਫੜਨ ਵਾਸਤੇ, ਮੰਕੀ ਨੂੰ ਜੇਕਰ ਪਕੜਨਾ ਹੈ ਤੇ ਉਹਦੇ ਵਾਸਤੇ ਕੀਤਾ ਕੀ ਜਾਂਦਾ ਹੈ ਕਿ ਇੱਕ ਕਲੇ ਪੌਟ ਲੈ ਕੇ, ਉਹ ਕਲੇ ਪੌਟ ਜਿਹਦਾ ਮੂੰਹ ਬਹੁਤ ਤੰਗ ਹੈ, ਬਹੁਤ ਟਾਈਟ ਹੈ, ਉਹਦੇ ਵਿੱਚ ਥੋੜੇ ਜਿਹੇ ਚਨੇ ਛੋਲੇ ਉਹ ਰੱਖ ਦਿੱਤੇ ਜਾਂਦੇ ਨੇ। ਬਾਂਦਰ ਆਂਦਾ ਹੈ, ਆਪਣਾ ਹੱਥ ਉਸ ਕਲੇ ਪੌਟ ਦੇ ਵਿੱਚ ਪਾਉਂਦਾ ਹੈ, ਛੋਲੇ ਆਪਣੀ ਮੁੱਠ ਦੇ ਵਿੱਚ ਪਕੜ ਲੈਂਦਾ, ਹੱਥ ਵਿੱਚ ਪਕੜ ਲੈਂਦਾ, ਮੁੱਠ ਬੰਦ ਹੋ ਗਈ ਜੀ। ਹੁਣ ਜਦੋਂ ਉਹ ਆਪਣਾ ਹੱਥ ਬਾਹਰ ਕੱਢਣਾ ਚਾਹੁੰਦਾ ਹੈ, ਬਾਹਰ ਨਹੀਂ ਨਿਕਲ ਰਿਹਾ। ਕਿਉਂ? ਕਿਉਂਕਿ ਉਸ ਕਲੇ ਪੌਟ ਦਾ ਜਿਹੜਾ ਮੂੰਹ ਹੈ ਉਹ ਬਹੁਤ ਟਾਈਟ ਹੈ, ਛੋਲਿਆਂ ਦੀ ਮੁੱਠ ਉਸ ਨੇ ਭਰੀ ਹੋਈ ਹੈ। ਉਹ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਾਹਰ ਨਹੀਂ ਨਿਕਲ ਰਿਹਾ। ਛੋਲੇ ਉਹ ਛੱਡਣਾ ਨਹੀਂ ਚਾਹੁੰਦਾ ਕਿਉਂਕਿ ਲਾਲਚ ਹੈ, ਛੋਲੇ ਉਹ ਛੱਡਣਾ ਨਹੀਂ ਚਾਹੁੰਦਾ। ਜਦੋਂ ਤੱਕ ਛੱਡੇਗਾ ਨਹੀਂ, ਹੱਥ ਬਾਹਰ ਨਹੀਂ ਨਿਕਲੇਗਾ। ਬਸ ਇੰਨੇ ਸਮੇਂ ਦੇ ਵਿੱਚ ਸ਼ਿਕਾਰੀ ਆ ਜਾਂਦਾ ਤੇ ਪਕੜਿਆ ਜਾਂਦਾ ਹੈ, ਕੈਦ ਦੇ ਵਿੱਚ ਚਲਾ ਗਿਆ। ਕਬੀਰ ਸਾਹਿਬ ਕਹਿੰਦੇ ਇਸੇ ਤਰ੍ਹਾਂ ਇਨਸਾਨ ਵੀ ਲਾਲਚ ਦੇ ਵਿੱਚ ਫਸ ਕੇ, ਮਾਇਆ ਦੇ ਮੋਹ ਦੇ ਵਿੱਚ ਫਸ ਕੇ, ਇਹਦੀ ਕੈਦ ਦੇ ਵਿੱਚ ਐਸਾ ਕੈਦ ਹੁੰਦਾ ਹੈ, ਐਸਾ ਜਕੜਿਆ ਜਾਂਦਾ ਹੈ ਕਿ ਸਾਰੀ ਜ਼ਿੰਦਗੀ ਇਸ ਕੈਦ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਪਾਉਂਦਾ। ਜਿਸ ਤਰ੍ਹਾਂ ਬਾਂਦਰ ਛੋਲਿਆਂ ਨੂੰ ਨਹੀਂ ਛੱਡਣਾ ਚਾਹੁੰਦਾ, ਉਸੇ ਤਰ੍ਹਾਂ ਇਨਸਾਨ ਜਿਹੜਾ ਹੈ ਮਾਇਆ ਨੂੰ ਨਹੀਂ ਛੱਡਣਾ ਚਾਹੁੰਦਾ। ਤੇ ਕਬੀਰ ਸਾਹਿਬ ਨੇ ਫਿਰ ਕਹਿ ਦਿੱਤਾ, ਕਹਿੰਦੇ ਜਿਉਂ ਕੱਪ ਕੈ ਕਰ ਮੁਸ਼ਟ ਚੰਨਨ ਕੀ, ਲੁਬਦ ਨਾ ਤਿਆਗ ਦਿਓ। ਜੋ ਜੋ ਕਰਮ ਕੀਏ ਲਾਲਚ ਲੱਗ, ਤੇ ਫਿਰ ਗਰੇ ਪਰਿਓ। ਜਿਹੜੇ ਵੀ ਫਿਰ ਲਾਲਚ ਦੇ ਅਧੀਨ ਹੋ ਕੇ, ਮਾਇਆ ਦੇ ਮੋਹ ਦੇ ਵਿੱਚ ਫਸ ਕੇ ਜਿੰਨੇ ਵੀ ਕਰਮ ਕੀਤੇ ਜਾਂਦੇ ਨੇ, ਕਬੀਰ ਸਾਹਿਬ ਕਹਿੰਦੇ ਫਿਰ ਉਹ ਸਾਰੇ ਹੀ ਇਹਦੇ ਵਾਸਤੇ ਇੱਕ ਕੈਦ ਦਾ ਰੀਜ਼ਨ ਬਣ ਜਾਂਦੇ ਨੇ। ਇਹਦੇ ਵਾਸਤੇ ਇੱਕ ਇੱਦਾਂ ਕਹਿ ਲਈਏ ਕਿ ਪ੍ਰਿਜ਼ਨ ਦਾ ਰੀਜ਼ਨ ਬਣ ਜਾਂਦੇ ਨੇ। ਜਿੰਨੇ ਵੀ ਕਰਮ ਕੀਤੇ ਜਾਂਦੇ ਨੇ, ਉਦੋਂ ਜਦੋਂ ਇਨਸਾਨ ਲਾਲਚ ਦੇ ਵਿੱਚ ਫਸ ਜਾਂਦਾ ਹੈ, ਜਦੋਂ ਮਾਇਆ ਦੇ ਮੋਹ ਕਰਕੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ, ਕਬੀਰ ਸਾਹਿਬ ਕਹਿੰਦੇ ਫਿਰ ਐਸੀ ਕੈਦ ਦੇ ਵਿੱਚ ਫਸਦਾ ਜਿਹਦੇ ਵਿੱਚੋਂ ਨਿਕਲ ਹੀ ਨਹੀਂ ਪਾਉਂਦਾ ਤਮਾਮ ਜ਼ਿੰਦਗੀ। ਤੇ ਯਾਦ ਰਹੇ ਸਾਧ ਸੰਗਤ, ਸੰਸਾਰ ਦੀ ਕੈਦ ਤਾਂ ਇੱਕ ਤਰ੍ਹਾਂ ਦੀ ਹੋ ਸਕਦੀ ਹੈ। ਕਿਸੇ ਜਾਨਵਰ ਨੂੰ ਪਿੰਜਰੇ ਵਿੱਚ ਬੰਦ ਕੀਤਾ ਜਾ ਸਕਦਾ ਹੈ, ਇਨਸਾਨ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈ ਜੇਕਰ ਕੋਈ ਮਾੜਾ ਕਰਮ ਕਰਦਾ ਹੈ। ਪਰ ਜਿਹੜੀ ਆਤਮਿਕ ਤੌਰ ਤੇ ਕੈਦ ਹੈ ਨਾ, ਇਹ ਇੱਕ ਪ੍ਰਕਾਰ ਦੀ ਨਹੀਂ, ਇਹ ਕਈ ਤਰ੍ਹਾਂ ਦੀ ਹੈ। ਕੋਈ ਇਨਸਾਨ ਆਪਣੇ ਵਿਚਾਰਾਂ ਦੀ ਕੈਦ ਦੇ ਵਿੱਚ ਹੀ ਫਸਿਆ ਪਿਆ ਹੈ, ਕੋਈ ਇਨਸਾਨ ਕਰਮ ਕਾਂਡਾਂ ਦੇ ਵਿੱਚ ਫਸਿਆ ਪਿਆ। ਕਰਮ ਕਾਂਡ ਮਤਲਬ ਉਹ ਕਰਮ ਜਿਨ੍ਹਾਂ ਨੂੰ ਉਹ ਧਾਰਮਿਕ ਸਮਝ ਕੇ ਬੈਠਾ ਹੈ, ਪਰ ਉਹਨਾਂ ਦਾ ਧਰਮ ਦੇ ਨਾਲ ਸੰਬੰਧ ਕੋਈ ਨਹੀਂ। ਇਹ ਵੀ ਇੱਕ ਕੈਦ ਹੈ। ਇਸ ਕੈਦ ਦੇ ਵਿੱਚੋਂ ਨਿਕਲਣਾ ਵੀ ਬਹੁਤ ਕਠਿਨ ਹੈ, ਬੜਾ ਮੁਸ਼ਕਲ ਹੈ। ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਇਨਸਾਨ ਜਿਹੜਾ ਹੈ ਨਾ, ਉਹ ਆਪਣੀ ਜ਼ਿੰਦਗੀ ਦੇ ਵਿੱਚ ਕਰਮ ਕਰਦਾ ਹੈ। ਹੁਣ ਆਪਾਂ ਮੇਨ ਤੌਰ ਤੇ ਦੇਖੀਏ, ਅੱਜ ਦਾ ਜਿਹੜਾ ਸਮਾਂ ਹੈ, ਪ੍ਰੈਜ਼ੈਂਟ ਟਾਈਮ ਜਿਹੜਾ ਹੈ ਨਾ ਜੀ, ਇਹ ਐਜੂਕੇਸ਼ਨ ਦਾ ਟਾਈਮ ਹੈ, ਐਜੂਕੇਸ਼ਨ ਦਾ ਯੁੱਗ ਹੈ। ਹਰ ਇੱਕ ਇਨਸਾਨ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਆਪ ਪੜ੍ਹ ਰਿਹਾ ਹੈ, ਕਿਤੇ ਨਾ ਕਿਤੋਂ ਕੁਝ ਨਾ ਕੁਝ ਸਿੱਖਦਾ ਪਿਆ ਹੈ ਹਰ ਸਮੇਂ। ਪਰ ਇੰਨੀ ਐਜੂਕੇਸ਼ਨ ਹੋਣ ਦੇ ਬਾਵਜੂਦ ਵੀ ਅੱਜ ਵੀ ਇਨਸਾਨ ਕੁਝ ਐਸੇ ਕਰਮ ਕਰਦਾ ਪਿਆ ਹੈ ਧਰਮ ਦੇ ਨਾਂ ਤੇ, ਜਿਨ੍ਹਾਂ ਦਾ ਸੰਬੰਧ ਧਰਮ ਦੇ ਨਾਲ ਕੋਈ ਨਹੀਂ। ਪਤਾ ਹੈ ਕਿ ਇਹ ਜਿਹੜਾ ਮੈਂ ਕਰਮ ਕਰ ਰਿਹਾ, ਇਸ ਕਰਮ ਦਾ ਸੰਬੰਧ ਕੋਈ ਨਹੀਂ ਧਰਮ ਦੇ ਨਾਲ, ਪਰ ਫਿਰ ਵੀ ਕਰੀ ਜਾ ਰਿਹਾ, ਕਰਦਾ ਪਿਆ। ਤੇ ਕਬੀਰ ਸਾਹਿਬ ਕਹਿੰਦੇ, ਭਲਿਆ ਯਾਦ ਰੱਖੀ ਕਿ ਜਿਹੜੇ ਕਰਮ ਤੂੰ ਕਰ ਰਿਹਾ ਹੈ, ਕਾਹਦੇ ਵਾਸਤੇ ਕਰਦਾ ਪਿਆ ਹੈ? ਕਿ ਮੇਰੇ ਪਿਤਾ ਜੀ ਨੇ ਇਹ ਕੰਮ ਕੀਤੇ, ਮੇਰੇ ਦਾਦਾ ਜੀ ਨੇ ਇਹ ਕੰਮ ਕੀਤੇ, ਮੇਰੇ ਪੜਦਾਦਾ ਜੀ ਨੇ ਇਹ ਕੰਮ ਕੀਤੇ, ਤੇ ਜੇਕਰ ਮੈਂ ਨਾ ਕੀਤਾ
ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ। ਬਸ ਆ ਲੋਕਾਂ ਦੀ ਜਿਹੜੀ ਗੱਲ ਵਿੱਚ ਆ ਜਾਂਦੀ ਨਾ ਕਿ ਲੋਕ ਕੀ ਕਹਿਣਗੇ, ਪਤਾ ਹੋਣ ਦੇ ਬਾਵਜੂਦ ਵੀ ਜਦੋਂ ਮੈਂ ਉਹ ਕਰਮ ਕਾਂਡ ਕਰੀ ਜਾ ਰਿਹਾ ਵਾਂ ਜਿਹਦਾ ਸੰਬੰਧ ਕੋਈ ਨਹੀਂ ਧਰਮ ਦੇ ਨਾਲ, ਤੇ ਕਬੀਰ ਸਾਹਿਬ ਕਹਿੰਦੇ ਇਸ ਨੂੰ ਕੈਦ ਨਹੀਂ ਕਹੋਗੇ ਤਾਂ ਹੋਰ ਕੀ ਹੈ। ਇਹ ਵੀ ਤਾਂ ਇੱਕ ਪ੍ਰਕਾਰ ਦੀ ਕੈਦ ਹੈ। ਧਰਮ ਕਹਿੰਦਾ ਹੈ, ਗੁਰੂ ਕਹਿ ਰਿਹਾ ਕਿ ਤੂੰ ਇਸ ਕੰਮ ਨੂੰ ਛੱਡ, ਪਰ ਮੈਂ ਕੀ ਸੋਚ ਰਿਹਾ ਕਿ ਜੇ ਮੈਂ ਇਹ ਕੰਮ ਨਾ ਕੀਤਾ ਤੇ ਲੋਕ ਕੀ ਕਹਿਣਗੇ। ਇਹ ਵੀ ਇੱਕ ਪ੍ਰਕਾਰ ਦੀ ਕੈਦ ਹੈ ਸਾਧ ਸੰਗਤ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਤਾ ਕੀ ਕਹਿ ਰਹੇ ਨੇ, ਕਹਿੰਦੇ ਮੁਕਤ ਉਹ ਹੈ ਜਿਹੜਾ ਇਹਨਾਂ ਸਭ ਤੋਂ ਉੱਪਰ ਉੱਠ ਗਿਆ। ਮਤ ਸੋਚਿਓ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 4 ਵਰਡ ਯੂਜ਼ ਕੀਤੇ ਨੇ, ਉਸਤਤ, ਨਿੰਦਿਆ ਤੇ ਕੰਚਨ ਤੇ ਲੋਹਾ। ਇਹ 4 ਵਰਡ ਕੇਵਲ ਸਾਨੂੰ ਸਮਝਾਉਣ ਦੇ ਲਈ ਨੇ। ਸਤਿਗੁਰੂ ਜੀ ਕਹਿੰਦੇ ਇਸ ਕੈਦ ਦਾ, ਇਸ ਪ੍ਰਿਜ਼ਨ ਦਾ ਦਾਇਰਾ ਬੜਾ ਵਿਸ਼ਾਲ ਹੈ ਜਿਹਦੇ ਵਿੱਚ ਇਨਸਾਨ ਫਸਿਆ ਪਿਆ ਹੈ, ਤੇ ਜ਼ਰੂਰਤ ਕੀ ਹੈ ਕਿ ਉਸ ਕੈਦ ਦੇ ਵਿੱਚੋਂ ਨਿਕਲਣਾ ਹੈ। ਤੇ ਹੁਣ ਨਿਕਲੇਗਾ ਕੌਣ? ਜਿਹੜਾ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਜਿਸ ਨੇ ਆਪਣਾ ਸੀਸ ਜਦੋਂ ਗੁਰੂ ਚਰਨਾਂ ਦੇ ਵਿੱਚ ਝੁਕਾਇਆ, ਤੇ ਸੀਸ ਝੁਕਾਉਣ ਦੇ ਨਾਲ ਇਹ ਅਰਜ਼ੋਈ ਕਰ ਦਿੱਤੀ ਨਾ ਗੁਰੂ ਚਰਨਾਂ ਦੇ ਵਿੱਚ ਕਿ ਹੇ ਮੇਰੇ ਮਾਲਕ ਰਹਿਮਤ ਕਰ, ਕਿਤੇ ਇਸ ਸੀਸ ਦੇ ਵਿੱਚ, ਇਸ ਸਿਰ ਦੇ ਵਿੱਚ ਆਪਣੀ ਅਕਲ, ਆਪਣੀ ਮਤ ਬਖਸ਼ਿਸ਼ ਕਰ ਦੇ। ਜਿਹੜਾ ਗੁਰੂ ਸਾਹਿਬ ਦੇ ਸਨਮੁਖ ਖੜਾ ਹੋ ਕੇ ਇਹ ਕਹਿ ਦੇਗਾ ਨਾ ਕਿ ਹੇ ਮੇਰੇ ਮਾਲਕ ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਜਿਹੜਾ ਐਸੀ ਬੁੱਧ ਦੀ, ਐਸੀ ਅਕਲ ਦੀ ਮੰਗ ਕਰ ਲਏਗਾ ਨਾ ਗੁਰੂ ਦੇ ਕੋਲੋਂ, ਸਾਧ ਸੰਗਤ ਯਾਦ ਰਹੇ ਉਹਦੀਆਂ ਸਾਰੀਆਂ ਜੰਜੀਰਾਂ, ਉਹਦੀਆਂ ਸਾਰੀਆਂ ਕੈਦਾਂ ਜਿਹੜੀਆਂ ਨੇ ਉਹ ਗੁਰੂ ਕੱਟ ਕੇ ਰੱਖ ਦੇਗਾ ਇੱਕ ਪਲ ਦੇ ਵਿੱਚ। ਬੜਾ ਪਿਆਰਾ ਬਚਨ ਹੈ ਗੁਰੂ ਸਾਹਿਬ ਦਾ। ਇੱਕ ਐਗਜ਼ਾਮਪਲ ਦੇ ਥਰੂ ਸਮਝਾਇਆ, ਕਹਿੰਦੇ ਜਿਸ ਤਰ੍ਹਾਂ ਇੱਕ ਆਂਡਾ, ਪੰਛੀ ਦਾ ਆਂਡਾ, ਉਸ ਆਂਡੇ ਦੇ ਵਿੱਚੋਂ ਸਮਾਂ ਪਾ ਕੇ ਪੰਛੀ ਦਾ ਬੱਚਾ ਆਂਡੇ ਨੂੰ ਤੋੜ ਕੇ ਬਾਹਰ ਨਿਕਲਦਾ ਹੈ। ਜਦੋਂ ਬਾਹਰ ਨਿਕਲਿਆ, ਅੱਜ ਪਹਿਲਾ ਦਿਨ ਹੈ, ਤੇ ਐਸਾ ਨਹੀਂ ਹੁੰਦਾ ਕਿ ਪਹਿਲੇ ਦਿਨ ਹੀ ਉਹ ਉੱਡਣਾ ਸ਼ੁਰੂ ਕਰ ਦਿੰਦਾ ਹੈ, ਨਹੀਂ, ਕੁਝ ਦਿਨ ਲੱਗਦੇ ਨੇ, ਕੁਝ ਦਿਨ ਲੱਗਦੇ ਨੇ, ਫਿਰ ਉਹ ਉੱਡਣ ਦੀ ਕੋਸ਼ਿਸ਼ ਕਰਦਾ ਹੈ। ਕੋਸ਼ਿਸ਼ ਕਰਦਿਆਂ ਕਰਦਿਆਂ ਉਹ ਥੋੜਾ ਥੋੜਾ ਉੱਡਣਾ ਸਟਾਰਟ ਕਰਦਾ ਹੈ, ਤੇ ਇੱਕ ਦਿਨ ਐਸਾ ਆ ਜਾਂਦਾ ਹੈ ਕਿ ਉਹੀ ਪੰਛੀ ਦਾ ਬੱਚਾ ਆਕਾਸ਼ ਦੇ ਵਿੱਚ ਬੜੀ ਉੱਚੀ ਉਡਾਰੀ ਲਗਾਉਣੀ ਸਟਾਰਟ ਕਰ ਦਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ, ਇੱਦਾਂ ਕਹਿ ਲਈਏ ਕਿ ਇਨਸਾਨ ਜਿਹੜਾ ਹੈ ਨਾ, ਇਹ ਇੱਕ ਭਰਮਾਂ ਦੀ, ਵਹਿਮਾਂ ਦੀ, ਕਰਮ ਕਾਂਡਾਂ ਦੀ, ਮਾਇਆ ਦੀ, ਆਪਣੇ ਚੰਗੇ ਜਾਂ ਮਾੜੇ ਵਿਚਾਰਾਂ ਦੀ ਕੈਦ ਦੇ ਵਿੱਚ ਫਸਿਆ ਪਿਆ ਹੈ, ਆਂਡੇ ਦੇ ਵਿੱਚ ਫਸਿਆ ਪਿਆ ਹੈ। ਤੇ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਏਗਾ, ਗੁਰੂ ਕੀ ਕਰੇਗਾ ਕਿ ਇਸ ਦੇ ਭਰਮਾਂ ਦੇ ਆਂਡੇ ਨੂੰ ਤੋੜ ਦੇਗਾ। ਬਚਨ ਬੜਾ ਪਿਆਰਾ ਜੀ ਗੁਰੂ ਸਾਹਿਬ ਦਾ। ਪਾਤਸ਼ਾਹ ਜੀ ਕਹਿੰਦੇ ਕਿ ਫੂਟੋ ਆਂਡਾ ਭਰਮ ਕਾ। ਫੂਟੋ ਦਾ ਮਤਲਬ ਹੁੰਦਾ ਟੁੱਟ ਜਾਣਾ। ਜਦੋਂ ਗੁਰੂ ਕਿਰਪਾ ਸਦਕਾ ਫੂਟੋ ਆਂਡਾ ਭਰਮ ਕਾ ਮਨਹਿ ਭਇਆ ਪ੍ਰਗਾਸ, ਫਿਰ ਮਨ ਦੇ ਵਿੱਚ ਪ੍ਰਕਾਸ਼ ਪੈਦਾ ਹੋਏਗਾ। ਤੇ ਫਿਰ ਕੀ ਹੋਏਗਾ ਜੀ? ਕਾਟੀ ਬੇਰੀ ਪਗਾਂ ਤੇ ਗੁਰੂ ਕੀ ਕਰੇਗਾ ਕਿ ਜਿਹੜੀਆਂ ਪੈਰਾਂ ਦੇ ਵਿੱਚ ਵਿਕਾਰਾਂ ਦੀਆਂ, ਮਾਇਆ ਦੀਆਂ ਜਾਂ ਵਹਿਮਾਂ ਭਰਮਾਂ ਦੀਆਂ, ਕਰਮ ਕਾਂਡਾਂ ਦੀਆਂ ਜੰਜੀਰਾਂ ਪਈਆਂ ਹੋਈਆਂ ਨੇ, ਜਿਨ੍ਹਾਂ ਨੇ ਸਾਨੂੰ ਕੈਦ ਕੀਤਾ ਹੋਇਆ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹ ਸਾਰੀਆਂ ਹੀ ਬੇੜੀਆਂ ਕੱਟੀਆਂ ਜਾਣਗੀਆਂ। ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ, ਫਿਰ ਗੁਰੂ ਤੈਨੂੰ ਕਿਰਪਾ ਕਰਕੇ ਆਜ਼ਾਦ ਕਰ ਦੇਗਾ। ਪਰ ਸ਼ਰਤ ਕੀ ਹੈ ਕਿ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਅਰਜ਼ੋਈ ਕਰ ਕੀ ਕਿ ਗੁਰ ਕੀ ਮਤ ਤੂੰ ਲੈ ਆਨੇ। ਹੇ ਅਣਜਾਣ ਇਨਸਾਨ, ਤੂੰ ਗੁਰੂ ਦੀ ਮਤ ਗ੍ਰਹਿਣ ਕਰ। ਜਦੋਂ ਤੈਨੂੰ ਗੁਰੂ ਦੀ ਮਤ ਮਿਲ ਗਈ, ਉਸ ਟਾਈਮ ਤੇ ਫਿਰ ਤੇਰੀਆਂ ਸਾਰੀਆਂ ਹੀ ਜੰਜੀਰਾਂ ਜਿਹੜੀਆਂ ਨੇ ਉਹ ਕੱਟੀਆਂ ਜਾਣਗੀਆਂ। ਯਾਦ ਰਹੇ ਸਾਧ ਸੰਗਤ, ਕਿਤੇ ਆਪਣੀ ਸੁਰਤ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਲੈ ਕੇ ਜਾਓ। ਉਹ ਕਿਲਾ ਜਿਸ ਕਿਲੇ ਦੇ ਵਿੱਚ 52 ਰਾਜੇ ਕੈਦ ਨੇ, ਤੇ ਉਸੇ ਹੀ ਕਿਲੇ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੀ ਕੈਦ ਕਰਕੇ ਰੱਖਿਆ ਜਾਂਦਾ ਹੈ। ਹੁਣ ਧਿਆਨ ਦਿਓ ਥੋੜਾ ਜਿਹਾ, ਇਹ ਸਾਖੀ ਆਪਾਂ ਬੜੀ ਵਾਰ ਸੁਣੀ ਹੋਏਗੀ, ਕਈਆਂ ਨੂੰ ਇਹ ਯਾਦ ਵੀ ਹੋਏਗੀ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਦੇ ਵਿੱਚ ਰੱਖਿਆ ਗਿਆ, ਤੇ ਉਹਨਾਂ ਨੂੰ ਜਦੋਂ ਆਜ਼ਾਦ ਕਰਨ ਦਾ, ਰਿਹਾ ਕਰਨ ਦਾ ਐਲਾਨ ਕੀਤਾ, ਤੇ ਸਤਿਗੁਰਾਂ ਨੇ ਇਹ ਸ਼ਰਤ ਰੱਖੀ ਕਿ ਜੇਕਰ ਮੇਰੇ ਨਾਲ ਰਾਜੇ ਆਜ਼ਾਦ ਕੀਤੇ ਜਾਣਗੇ, ਰਿਹਾ ਕੀਤੇ ਜਾਣਗੇ, ਤਾਂ ਮੈਂ ਇੱਥੋਂ ਜਾਵਾਂਗਾ।
ਤੇ ਉਹਨਾਂ ਨੇ ਰਾਜਿਆਂ ਨੂੰ ਵੀ ਰਿਹਾ ਕਰ ਦਿੱਤਾ। ਪਰ ਖਿਆਲ ਕਰਿਓ, ਜਦੋਂ ਕਿਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਹੋਣਗੇ, ਰਾਜਿਆਂ ਨੂੰ ਪਤਾ ਲੱਗਾ ਹੋਏਗਾ, ਜਿਹੜੇ 52 ਰਾਜੇ ਉੱਥੇ ਕੈਦ ਨੇ, ਉਹਨਾਂ ਨੂੰ ਪਤਾ ਲੱਗਾ ਹੋਏਗਾ ਜਦੋਂ ਕਿ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਤੇ ਖਿਆਲ ਕਰਿਓ, ਜਿਸ ਦਿਨ ਉਹਨਾਂ ਨੂੰ ਪਤਾ ਲੱਗਾ, ਉਹਨਾਂ ਦੇ ਮਨ ਦੇ ਵਿੱਚ ਇੱਕ ਆਸ ਦੀ ਕਿਰਨ ਪੈਦਾ ਹੋ ਗਈ। ਜਿਸ ਦਿਨ ਉਹਨਾਂ ਰਾਜਿਆਂ ਨੂੰ ਪਤਾ ਲੱਗਾ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਨੇ, ਉਹਨਾਂ ਰਾਜਿਆਂ ਦੇ ਮਨ ਦੇ ਵਿੱਚ ਵੀ ਇੱਕ ਆਸ ਦੀ ਕਿਰਨ ਪੈਦਾ ਹੋ ਗਈ ਕਿ ਗੁਰੂ ਹਰਗੋਬਿੰਦ ਸਾਹਿਬ ਜੇਕਰ ਇੱਥੇ ਆਏ ਨੇ ਤੇ ਇਹ ਸਾਡੀ ਇਸ ਕੈਦ ਨੂੰ ਜ਼ਰੂਰ ਕੱਟਣਗੇ। ਯਾਦ ਰਹੇ, ਗਵਾਲੀਅਰ ਦਾ ਉਹ ਕਿਲਾ ਜਿਸ ਕਿਲੇ ਦੇ ਵਿੱਚ ਕਿਸੇ ਆਮ ਕੈਦੀ ਨੂੰ ਨਹੀਂ ਸੀ ਰੱਖਿਆ ਜਾਂਦਾ, ਕਿਸੇ ਚੋਰੀ ਕਰਨ ਵਾਲੇ ਨੂੰ, ਕਿਸੇ ਡਾਕਾ ਮਾਰਨ ਵਾਲੇ ਨੂੰ, ਐਸੇ ਕੈਦੀ ਜਿਹੜੇ ਨੇ ਉਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਨਹੀਂ ਸੀ ਕੀਤੇ ਜਾਂਦੇ। ਉਸ ਕਿਲੇ ਦੇ ਵਿੱਚ ਰਾਜੇ ਮਹਾਰਾਜਿਆਂ ਨੂੰ ਕੈਦ ਦੇ ਵਿੱਚ ਰੱਖਿਆ ਜਾਂਦਾ ਸੀ, ਆਮ ਇਨਸਾਨਾਂ ਨੂੰ ਨਹੀਂ। ਤੇ ਜਿਹੜਾ ਵੀ ਉਸ ਕਿਲੇ ਦੇ ਵਿੱਚ ਕੈਦ ਹੋ ਜਾਂਦਾ, ਉਸ ਦੀ ਲਾਸ਼ ਤਾਂ ਬਾਹਰ ਨਿਕਲਦੀ ਸੀ, ਪਰ ਜਿਉਂਦਾ ਕਦੀ ਉਸ ਕਿਲੇ ਵਿੱਚੋਂ ਬਾਹਰ ਨਹੀਂ ਨਿਕਲਿਆ। ਤੇ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਏ, ਉਹਨਾਂ ਰਾਜਿਆਂ ਦੇ ਮਨ ਦੇ ਵਿੱਚ ਇੱਕ ਆਸ ਦੀ ਕਿਰਨ ਪੈਦਾ ਹੋਈ, ਉਹਨਾਂ ਦੇ ਚਿਹਰੇ ਤੇ ਵੀ ਚਮਕ ਆਈ ਕਿ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਇਹ ਸਾਡੀਆਂ ਇਹ ਪੈਰਾਂ ਦੇ ਵਿੱਚ ਪਈਆਂ ਹੋਈਆਂ ਜੰਜੀਰਾਂ ਕੱਟ ਕੇ ਸਾਨੂੰ ਇਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਜ਼ਰੂਰ ਕਰਵਾਉਣਗੇ। ਤੇ ਸਾਧ ਸੰਗਤ ਹੋਇਆ ਵੀ ਇਸੇ ਤਰ੍ਹਾਂ। ਜਦੋਂ ਸਤਿਗੁਰਾਂ ਨੂੰ ਰਿਹਾ ਕਰਨ ਦਾ ਹੁਕਮ ਕੀਤਾ ਗਿਆ ਤੇ ਸਤਿਗੁਰਾਂ ਨੇ ਇਹੀ ਸ਼ਰਤ ਰੱਖੀ ਕਿ ਜੇਕਰ ਇਹ ਰਾਜੇ ਬਾਹਰ ਜਾਣਗੇ ਤਾਂ ਜਾਵਾਂਗੇ। ਕਿਉਂਕਿ ਜਦੋਂ ਸਤਿਗੁਰਾਂ ਨੂੰ ਰਿਹਾਈ ਦਾ ਹੁਕਮ ਹੋਇਆ, ਰਾਜਿਆਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਜਾ ਰਹੇ ਨੇ, ਤੇ ਰਾਜਿਆਂ ਨੇ ਮਿਲ ਕੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਤਾਂ ਜਾ ਰਹੇ ਹੋ, ਸਾਡਾ ਕੀ ਹੋਏਗਾ? ਤੇ ਸਤਿਗੁਰਾਂ ਨੇ ਫਿਰ ਇਹ ਸ਼ਰਤ ਰੱਖ ਦਿੱਤੀ ਕਿ ਜੇਕਰ ਇਹ ਵੀ ਨਾਲ ਜਾਣਗੇ ਤਾਂ ਮੈਂ ਇਸ ਕਿਲੇ ਦੇ ਵਿੱਚੋਂ ਬਾਹਰ ਨਿਕਲਾਂਗਾ। ਤੇ ਸਤਿਗੁਰਾਂ ਦੀ ਇਸ ਸ਼ਰਤ ਨੂੰ ਪ੍ਰਵਾਨ ਕਰਦਿਆਂ ਹੋਇਆਂ ਉਹਨਾਂ 52 ਰਾਜਿਆਂ ਨੂੰ ਵੀ ਰਿਹਾ ਕੀਤਾ ਗਿਆ। ਤੇ ਸਾਧ ਸੰਗਤ ਖਿਆਲ ਕਰੋ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਆਮ ਇੱਕ ਕੈਦ ਦੇ ਵਿੱਚ ਫਸੇ ਹੋਏ ਰਾਜਿਆਂ ਨੂੰ ਰਿਹਾ ਕਰਵਾ ਸਕਦੇ ਨੇ, ਉਹੀ ਗੁਰੂ ਇਤਨੀ ਸਮਰੱਥਾ ਦਾ ਮਾਲਕ ਹੈ ਕਿ ਜਿਹੜਾ ਇਨਸਾਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਏਗਾ, ਜਿਹੜਾ ਗੁਰੂ ਦੇ ਇਸ ਲੜ ਨੂੰ ਪਕੜ ਲਏਗਾ, ਗੁਰੂ ਇਸ ਇਨਸਾਨ ਦੀਆਂ ਅਧਿਆਤਮਿਕ ਜੰਜੀਰਾਂ ਨੂੰ ਕੱਟ ਕੇ ਇਸ ਨੂੰ ਵਿਕਾਰਾਂ ਦੀ ਮਾਇਆ ਦੀ ਕੈਦ ਦੇ ਵਿੱਚੋਂ ਵੀ ਰਿਹਾ ਕਰਵਾ ਦੇਗਾ। ਪਰ ਸ਼ਰਤ ਕੀ ਹੈ ਕਿ ਇਨਸਾਨ ਗੁਰੂ ਦਾ ਲੜ ਜ਼ਰੂਰ ਪਕੜੇ। ਜਦੋਂ ਤੱਕ ਲੜ ਨਹੀਂ ਪਕੜੇਗਾ ਉਦੋਂ ਤੱਕ ਕੈਦ ਦੇ ਵਿੱਚੋਂ ਬਾਹਰ ਨਹੀਂ। ਸ਼ਰਤ ਵੱਲ ਧਿਆਨ ਦਿਓ ਜੋ ਰੱਖੀ ਗਈ ਸੀ ਕਿ ਜਿਹੜੇ ਤੁਹਾਡੇ ਅੰਗ ਦੇ ਨਾਲ ਲੱਗਣਗੇ ਉਹ ਰਾਜੇ ਇਸ ਕਿਲੇ ਵਿੱਚੋਂ ਬਾਹਰ ਜਾਣਗੇ। ਇਹਦਾ ਮਤਲਬ ਕੀ ਸੀ ਕਿ ਜਿਹੜਾ ਵੀ ਅੰਗ ਨਾਲ ਲੱਗੇਗਾ, ਤੇ ਉਹਦੇ ਵਾਸਤੇ ਕੀਤਾ ਕਿ 50 ਕਲੀਆਂ ਵਾਲਾ ਚੋਲਾ ਇੱਕ ਸਿਵਾਇਆ ਗਿਆ। ਵੈਸੇ 52 ਕਲੀਆਂ ਵਾਲਾ ਕਹਿੰਦੇ ਨੇ, 50 ਕਲੀਆਂ ਵਾਲਾ ਸੀ, 2 ਕਾਰਨਰ, 2 ਕੋਨੇ। ਸੋ 52 ਕਲੀਆਂ ਵਾਲਾ ਚੋਲਾ ਜਿਹੜਾ ਉਹ ਸਮਾਇਆ ਗਿਆ। ਇੱਕ ਇੱਕ ਕਲੀ ਜਿਹੜੀ ਹੈ ਰਾਜੇ ਨੂੰ ਪਕੜਾ ਕੇ ਸਤਿਗੁਰਾਂ ਨੇ ਆਪਣੇ ਅੰਗ ਦੇ ਨਾਲ ਲਗਾਇਆ ਤੇ ਉਸ ਕਿਲੇ ਦੇ ਵਿੱਚੋਂ ਰਿਹਾ ਕੀਤਾ। ਅੰਗ ਦੇ ਨਾਲ ਲੱਗੇ ਤੇ ਉਹ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਿਕਲੇ। ਐ ਸਿੱਖਾ, ਜੇਕਰ ਤੂੰ ਗੁਰੂ ਦੇ ਚਰਨਾਂ ਦਾ ਲੜ ਪਕੜ ਲਏਗਾ, ਗੁਰੂ ਦੇ ਸ਼ਬਦ ਦਾ ਲੜ ਪਕੜ ਲਏਗਾ, ਗੁਰੂ ਸਮਰੱਥ ਹੈ ਤੇਰੀਆਂ ਹਰ ਪ੍ਰਕਾਰ ਦੀਆਂ ਜੰਜੀਰਾਂ ਨੂੰ ਕੱਟ ਦੇਗਾ, ਤੇਰੀ ਹਰ ਇੱਕ ਕੈਦ ਨੂੰ ਖਤਮ ਕਰ ਦੇਗਾ। ਪਰ ਸ਼ਰਤ ਇਹ ਹੈ ਕਿ ਤੂੰ ਗੁਰੂ ਦੇ ਲੜ ਨੂੰ ਪਕੜ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮੁਕਤ ਹੋਏਗਾ ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈਂ ਜਾਣ। ਤੈਂ ਜਾਣ ਦਾ ਮਤਲਬ ਹੈ ਕਿ ਉਸ ਨੂੰ ਹੀ ਮੁਕਤ ਸਮਝ, ਉਸ ਨੂੰ ਹੀ ਆਜ਼ਾਦ ਸਮਝ, ਉਸ ਨੂੰ ਹੀ ਆਪਣੀ ਮੰਜ਼ਿਲ ਤੇ ਪਹੁੰਚਿਆ ਹੋਇਆ ਸਮਝ। ਕਿਸ ਨੂੰ ਜੀ? ਜਿਸ ਨੇ ਗੁਰੂ ਦਾ ਲੜ ਪਕੜ ਕੇ ਉਸਤਤ ਨਿੰਦਿਆ ਛੱਡ ਦਿੱਤੀ, ਜਿਸ ਨੇ ਕੰਚਨ ਨੂੰ, ਸੋਨੇ ਨੂੰ ਲੋਹੇ ਦੇ ਬਰਾਬਰ ਸਮਝ ਲਿਆ, ਉਹ ਇਨਸਾਨ ਇਸ ਮਾਇਆ ਦੀਆਂ ਜੰਜੀਰਾਂ ਤੋਂ, ਕੈਦ ਤੋਂ ਰਿਹਾ ਹੋ ਗਿਆ। ਉਸੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਆਜ਼ਾਦ ਹੋ ਜਾਣਾ। ਸਾਧ ਸੰਗਤ ਖਿਆਲ ਕਰਿਓ, ਜਿਹੜਾ ਗੁਰੂ ਦਾ ਲੜ ਪਕੜਦਾ ਹੈ ਨਾ, ਗੁਰੂ ਦੀ ਐਸੀ ਕਿਰਪਾ ਵਾਪਰਦੀ ਹੈ ਕਿ ਉਹ ਇਹਨਾਂ ਵਿਕਾਰਾਂ ਦੇ ਵਿੱਚ ਇੱਕ ਪਲ ਵਾਸਤੇ ਨਹੀਂ ਫਸਦਾ। ਇਹ ਅਧਿਆਤਮਿਕ ਰਸਤਾ ਜਿਹੜਾ ਹੈ ਨਾ, ਮਾਰਗ ਜਿਹੜਾ ਹੈ, ਇਹ ਹੈ ਬੜਾ ਕਠਿਨ। ਇਹਦੇ ਉੱਤੇ ਚੱਲਣਾ ਥੋੜਾ ਜਿਹਾ ਮੁਸ਼ਕਲ ਹੈ। ਸਟਾਰਟਿੰਗ ਥੋੜੀ ਕਠਿਨ ਹੈ, ਮੁਸ਼ਕਲ ਹੈ, ਡਿਫਿਕਲਟ ਹੈ। ਪਰ ਜਦੋਂ
ਗੁਰੂ ਦੇ ਉੱਤੇ ਆਸਰਾ ਰੱਖ ਕੇ ਇਨਸਾਨ ਆਪਣਾ ਕਦਮ ਗੁਰੂ ਵੱਲ ਵਧਾ ਦਿੰਦਾ ਹੈ ਨਾ, ਤੇ ਫਿਰ ਸਾਰੀਆਂ ਮੁਸ਼ਕਲਾਵਾਂ ਜਿਹੜੀਆਂ ਨੇ, ਪ੍ਰੋਬਲਮਸ ਜਿਹੜੀਆਂ ਨੇ, ਰੁਕਾਵਟਾਂ ਜਿਹੜੀਆਂ ਨੇ ਨਾ, ਗੁਰੂ ਆਪ ਕਿਰਪਾ ਕਰਕੇ ਉਹਨਾਂ ਰੁਕਾਵਟਾਂ ਨੂੰ ਦੂਰ ਕਰ ਦਿੰਦਾ। ਕਬੀਰ ਸਾਹਿਬ ਨੇ ਬੇਨਤੀ ਕੀਤੀ। ਕਬੀਰ ਸਾਹਿਬ ਜਦੋਂ ਚੱਲੇ, ਉਹਨਾਂ ਨੇ ਬੇਨਤੀ ਕੀਤੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ, ਕਹਿੰਦੇ ਹੈ ਮੇਰੇ ਮਾਲਕ, ਰਸਤਾ ਬੜਾ ਵਿਖਮ ਹੈ, ਬੜਾ ਔਖਾ ਹੈ, ਕਿਤੇ ਉੱਚਾ ਨੀਵਾਂ, ਕਿਤੇ ਉੱਚੇ ਪਹਾੜ ਆ ਜਾਂਦੇ ਨੇ, ਕਿਤੇ ਬੜੀਆਂ ਡੂੰਘੀਆਂ ਖਾਈਆਂ ਆ ਜਾਂਦੀਆਂ ਨੇ, ਬੜਾ ਔਖਾ ਰਸਤਾ ਹੈ, ਚੱਲਣਾ ਬਹੁਤ ਹੀ ਮੁਸ਼ਕਲ ਹੈ, ਪਰ ਕਿਰਪਾ ਕਰ, ਘੱਟ ਆਵ ਘੱਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕਹਿੰਦੇ ਮੇਰੇ ਮਾਲਕ, ਮੇਰੀ ਤੇਰੇ ਅੱਗੇ ਅਰਜ਼ੋਈ ਬੇਨਤੀ ਇਹ ਹੈ ਕਿ ਰਸਤਾ ਭਾਵੇਂ ਬੜਾ ਡਿਫੀਕਲਟ ਹੈ, ਪਰ ਜੇਕਰ ਤੇਰੀ ਸਹਾਇਤਾ, ਤੇਰੀ ਮਦਦ, ਤੇਰਾ ਆਸਰਾ ਮਿਲ ਜਾਏ ਤੇ ਇਹ ਵਿਖਮ ਰਸਤੇ ਵੀ ਬੜੇ ਆਸਾਨ ਹੋ ਸਕਦੇ ਨੇ, ਤੂੰ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਸਕਦਾ ਹੈ। ਬਾਬਾ ਫਰੀਦ ਜੀ ਨੇ ਕਿਹਾ, ਫਰੀਦ ਸਾਹਿਬ ਕਹਿੰਦੇ, ਫਰੀਦਾ ਸਰਵਰ ਪੰਖੀ ਹੇਕੜੋ, ਫਾਹੀ ਵਾਲ 50। ਇਹ ਜਿੰਦ ਮੇਰੀ ਇੱਕ ਹੈ, ਇਸ ਜਿੰਦ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਸਤੇ ਸ਼ਿਕਾਰੀ ਅਨੇਕਾਂ ਹੀ ਨੇ। ਸ਼ਿਕਾਰੀ ਦਾ ਮਤਲਬ ਇੱਥੇ ਵਿਕਾਰ ਕਰ ਲਈਏ, ਮਾਇਆ ਕਰ ਲਈਏ। ਅਨੇਕਾਂ ਹੀ ਸ਼ਿਕਾਰੀ ਨੇ ਜਿਹੜੇ ਮੇਰੇ ਇਸ ਜਿੰਦ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਚਾਹੁੰਦੇ ਨੇ, ਪਰ ਮੇਰੇ ਮਾਲਕ, ਮੈਂ ਇਸ ਸੰਸਾਰ ਸਮੁੰਦਰ ਦੇ ਵਿੱਚ ਵੜ ਗਿਆ ਸਿਰਫ ਇੱਕ ਤੇਰੇ ਉੱਤੇ ਆਸ ਰੱਖ ਕੇ। ਫਰੀਦਾ ਸਰਵਰ ਪੰਖੀ ਹੇਕੜੋ, ਫਾਹੀ ਵਾਲ 50। ਇਹ ਮਨ ਲਹਿਰੀ ਗੱਡ ਥਿਆ, ਸੱਚੇ ਤੇਰੀ ਆਸ, ਕਿਉਂਕਿ ਮੈਨੂੰ ਇਹ ਭਰੋਸਾ ਹੈ ਕਿ ਜੇਕਰ ਤੂੰ ਸਹਾਇਤਾ ਕਰ ਦਵੇਂ ਤੇ ਤੇਰੀ ਸਹਾਇਤਾ ਦੇ ਨਾਲ, ਤੇਰੀ ਮਦਦ ਦੇ ਨਾਲ ਇਹ ਸ਼ਿਕਾਰੀ ਮੇਰਾ ਕੁਝ ਵਿਗਾੜ ਨਹੀਂ ਪਾਉਣਗੇ, ਸਗੋਂ ਇਹ ਸ਼ਿਕਾਰੀ ਮੇਰੇ ਅੱਗੇ ਝੁਕ ਕੇ ਨਮਸਕਾਰਾਂ ਕਰਨਗੇ, ਇਹਨਾਂ ਦਾ ਵਸ ਮੇਰੇ ਉੱਤੇ ਕੋਈ ਨਹੀਂ ਚੱਲੇਗਾ ਜੇਕਰ ਤੇਰਾ ਸਹਾਰਾ ਮੈਨੂੰ ਮਿਲ ਜਾਏ। ਤੇ ਵਾਕਿਆ ਹੀ ਜਿਸ ਨੂੰ ਗੁਰੂ ਦਾ, ਪਰਮਾਤਮਾ ਦਾ ਸਹਾਰਾ ਮਿਲਦਾ ਹੈ, ਉਹ ਸਾਰੀਆਂ ਜੰਜੀਰਾਂ ਨੂੰ, ਕੈਦਾਂ ਨੂੰ, ਵਿਕਾਰਾਂ ਨੂੰ, ਮਾਇਆ ਨੂੰ ਕੱਟਦਾ ਹੋਇਆ ਬੰਧਨਾਂ ਤੋਂ ਆਜ਼ਾਦ ਹੋ ਕੇ ਉਸ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਐਸੇ ਹੀ ਇਨਸਾਨ ਨੂੰ ਕਹਿੰਦੇ ਨੇ, ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਣ। ਉਹੀ ਮੁਕਤ ਹੈ ਜਿਹੜਾ ਪਹੁੰਚ ਗਿਆ, ਜਿਸ ਨੇ ਇਹਨਾਂ ਬੰਧਨਾਂ ਨੂੰ ਕੱਟ ਦਿੱਤਾ ਹੈ, ਜਿਸ ਨੇ ਗਲਾਂ ਦੇ ਵਿੱਚ ਪਈਆਂ ਹੋਈਆਂ ਜੰਜੀਰਾਂ ਉਤਾਰ ਕੇ ਸੁੱਟ ਦਿੱਤੀਆਂ, ਉਹ ਮੁਕਤ ਹੈ। ਤੇ ਖਿਆਲ ਕਰਿਓ, ਮੈਂ ਕਿਹਾ ਬਾਣੀ ਕਹਿੰਦੀ ਹੈ ਕਿ ਰਸਤਾ ਬੜਾ ਵਿਖਮ ਹੈ, ਕਈ ਵਾਰ ਚੱਲਦਾ ਹੋਇਆ ਇਨਸਾਨ ਵੀ ਡੋਲ ਜਾਂਦਾ ਹੈ। ਕਹਿੰਦੇ ਨੇ ਦੋ ਪਤੀ ਪਤਨੀ ਬੰਦਗੀ ਕਰਨ ਵਾਲੇ, ਰੋਜ਼ਾਨਾ ਹੀ ਉਹਨਾਂ ਨੇ ਅੰਮ੍ਰਿਤ ਵੇਲੇ ਜਾਗ ਕੇ ਦਰਿਆ ਦੇ ਕਿਨਾਰੇ ਤੇ ਜਾ ਕੇ ਰੱਬ ਦੀ ਯਾਦ ਵਿੱਚ ਜੁੜਨਾ। ਇਕਾਂਤ ਹੈ ਤੇ ਪਾਣੀ ਵੱਲ ਦੇਖਣਾ, ਉਸ ਰੱਬ ਦੀ ਯਾਦ ਵਿੱਚ ਜੁੜਨਾ, ਬੰਦਗੀ ਕਰਨੀ, ਤੇ ਜਦੋਂ ਸੂਰਜ ਨਿਕਲਾ ਆਉਣਾ ਵਾਪਸ ਆਪਣੇ ਘਰ ਪਰਤ ਆਉਣਾ। ਇੱਕ ਦਿਨ ਕੀ ਹੋਇਆ, ਕਹਿੰਦੇ ਨੇ ਰਸਤੇ ਵਿੱਚ ਤੁਰੇ ਆ ਰਹੇ ਨੇ, ਪਤੀ ਅੱਗੇ ਹੈ, ਪਤਨੀ ਪਿੱਛੇ ਹੈ, ਤੇ ਪਤੀ ਦੀ ਨਜ਼ਰ ਪਈ ਸੂਰਜ ਦੀ ਰੌਸ਼ਨੀ ਦੇ ਨਾਲ ਕੋਈ ਚੀਜ਼ ਚਮਕਦੀ ਪਈ ਹੈ, ਚਮਕਦੀ ਪਈ ਹੈ ਕੋਈ ਚੀਜ਼। ਉਹ ਉਹਦੇ ਕੋਲ ਗਿਆ, ਕੀ ਦੇਖਿਆ ਕਿ ਉਹ ਇੱਕ ਸੋਨੇ ਦਾ ਹਾਰ ਹੈ, ਸੋਨੇ ਦਾ, ਗੋਲਡ ਨੈਕਲੇਸ, ਸੋਨੇ ਦਾ ਹਾਰ ਹੈ। ਤੇ ਉਹਦੇ ਮਨ ਦੇ ਵਿੱਚ ਵਿਚਾਰ ਕੀ ਆਇਆ ਕਿ ਔਰਤਾਂ ਦਾ ਸੋਨੇ ਦੇ ਨਾਲ ਮੋਹ ਬੜਾ ਹੁੰਦਾ ਹੈ, ਬੜਾ ਪਿਆਰ ਹੁੰਦਾ ਹੈ ਸੋਨੇ ਦੇ ਨਾਲ, ਤੇ ਕਿਤੇ ਐਸਾ ਨਾ ਹੋਵੇ ਮੇਰੀ ਪਤਨੀ ਇਸ ਸੋਨੇ ਦੇ ਨੈਕਲਸ ਵੱਲ ਦੇਖ ਕੇ ਉਹਦਾ ਮਨ ਡੋਲ ਜਾਏ। ਬੰਦਗੀ ਦੇ ਵਿੱਚ ਜੁੜਦੇ ਆ, ਰੱਬ ਦੀ ਯਾਦ ਵਿੱਚ ਜੁੜਦੇ ਆ, ਕਿਤੇ ਐਸਾ ਨਾ ਹੋਏ ਕਿ ਉਹਦਾ ਮਨ ਡੋਲ ਜਾਏ ਇਸ ਨੈਕਲਸ ਨੂੰ ਦੇਖ ਕੇ। ਕੀ ਕੀਤਾ, ਇੱਕ ਛੋਟਾ ਜਿਹਾ ਨਾ ਖੱਡਾ ਪੁੱਟਿਆ ਜੀ, ਰੇਤ ਨੂੰ ਥੋੜਾ ਜਿਹਾ ਪੁੱਟ ਕੇ, ਇੱਕ ਟੋਵਾ ਪੁੱਟ ਕੇ ਉਹਦੇ ਵਿੱਚ ਹਾਰ ਨੂੰ ਰੱਖ ਕੇ ਉਹਦੇ ਉੱਤੇ ਰੇਤ ਪਾਉਣੀ ਸ਼ੁਰੂ ਕਰ ਦਿੱਤੀ। ਤੇ ਇੰਨੇ ਨੂੰ, ਇਤਨੇ ਸਮੇਂ ਦੇ ਵਿੱਚ ਪਤਨੀ ਵੀ ਕੋਲ ਆ ਗਈ, ਪਤਾ ਲੱਗ ਗਿਆ ਕਿ ਪਤੀ ਕਰਦਾ ਕੀ ਪਿਆ ਹੈ। ਤੇ ਪਤਨੀ ਦੇ ਲਫ਼ਜ਼ ਪਤਾ ਕੀ ਸੀ, ਕਹਿੰਦੀ ਕਿ ਤੁਸੀਂ ਮਿੱਟੀ ਦੇ ਉੱਤੇ ਮਿੱਟੀ ਕਿਉਂ ਪਾ ਰਹੇ ਹੋ? ਧਿਆਨ ਦਿਓ, ਮਿੱਟੀ ਦੇ ਉੱਤੇ ਮਿੱਟੀ ਕਿਉਂ ਪਾ ਰਹੇ ਹੋ? ਜਦੋਂ ਇਹ ਦੋ ਲਫ਼ਜ਼ ਉਹਨੇ ਸੁਣੇ ਨਾ, ਉਹਦੇ ਘਰ ਵਾਲੇ ਨੇ, ਪਤੀ ਨੇ, ਕਿ ਮਿੱਟੀ ਦੇ ਉੱਤੇ ਮਿੱਟੀ ਕਿਉਂ ਪਾ ਰਹੇ ਹੋ, ਉਹਦੇ ਹੱਥ ਜੁੜ ਗਏ ਤੇ ਆਪਣਾ ਸਿਰ ਉਹਦੇ ਅੱਗੇ ਝੁਕਾਉਂਦਿਆਂ ਹੋਇਆ ਕਿਹਾ, ਕਹਿਣ ਲੱਗਾ ਕਿ ਮੈਂ ਸੋਚਿਆ ਸੀ ਕਿ ਤੂੰ ਸ਼ਾਇਦ ਸੋਨੇ ਦਾ ਹਾਰ ਦੇਖ ਕੇ ਤੇਰਾ ਮਨ ਡੋਲੇਗਾ। ਮੈਂ ਗਲਤ ਸੀ, ਜਿਸ ਸੋਨੇ ਨੂੰ ਮੈਂ ਸੋਹਣਾ ਸਮਝਦਾ ਰਿਹਾ
ਤੂੰ ਉਸ ਸੋਨੇ ਨੂੰ ਮਿੱਟੀ ਸਮਝਿਆ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਤੂੰ ਮੇਰੇ ਤੋਂ ਕਾਫੀ ਅੱਗੇ ਲੰਘ ਚੁੱਕੀ ਹੈ। ਯਾਦ ਰਹੇ, ਕਿਤੇ ਪੁਰਾਣਾ ਸਮਾਂ ਯਾਦ ਕਰਿਓ, ਕੋਈ ਉਹ ਟਾਈਮ ਸੀ ਜਦੋਂ ਪਤੀ ਪਤਨੀ ਇਕੱਠੇ ਨਹੀਂ ਸੀ ਤੁਰਦੇ। ਪਤੀ ਅੱਗੇ ਹੋਇਆ ਕਰਦਾ ਸੀ ਹਮੇਸ਼ਾ, ਪਤਨੀ ਉਹਦੇ ਪਿੱਛੇ ਪਿੱਛੇ ਆਇਆ ਕਰਦੀ ਸੀ। ਤੇ ਪਤੀ ਹੁਣ ਕੀ ਕਹਿ ਰਿਹਾ ਏ? ਕਹਿਣ ਲੱਗਾ, ਮੈਂ ਸੋਚਿਆ ਕਿ ਤੂੰ ਡੋਲ ਜਾਏਂਗੀ, ਪਰ ਨਹੀਂ। ਅੱਜ ਤੱਕ ਦੁਨੀਆ ਦੇ ਵਿੱਚ ਪਤੀ ਪਤਨੀ ਦੇ ਅੱਗੇ ਚੱਲਦਾ ਰਿਹਾ, ਪਤਨੀ ਉਹਦੇ ਪਿੱਛੇ ਪਿੱਛੇ ਆਉਂਦੀ ਰਹੀ, ਪਰ ਅੱਜ ਤੂੰ ਮੈਨੂੰ ਪਿੱਛੇ ਛੱਡ ਗਈ ਹੈ, ਤੂੰ ਕਾਫੀ ਅੱਗੇ ਲੰਘ ਚੁੱਕੀ ਹੈ, ਮੈਂ ਤੇਰੇ ਪਿੱਛੇ ਆਵਾਂਗਾ। ਸੋ ਕਹਿਣ ਦਾ ਭਾਵ, ਰਸਤਾ ਬਿਖਮ ਹੈ, ਚੱਲਣ ਵਾਲਾ ਵੀ ਕਦੇ ਡੋਲਦਾ ਹੈ, ਪਰ ਖਿਆਲ ਰੱਖਿਓ ਜਦੋਂ ਗੁਰੂ ਦਾ ਪੂਰਨ ਪਰਮਾਤਮਾ ਦਾ ਭਰੋਸਾ ਜੀਵਨ ਦੇ ਵਿੱਚ ਹੋਏ, ਫਿਰ ਭਟਕਣਾ ਵੀ ਖਤਮ ਹੋ ਜਾਂਦੀ ਹੈ। ਗੁਰੂ ਰਹਿਮਤ ਕਰਕੇ ਉਸ ਭਟਕਣਾ ਨੂੰ ਵੀ ਕੱਟ ਦਿੰਦਾ ਹੈ। ਕਈ ਵਾਰ ਗੁਰੂ ਪਰਚਾ ਵੀ, ਐਗਜ਼ਾਮ ਵੀ ਪਾਉਂਦਾ ਹੈ, ਉਸ ਐਗਜ਼ਾਮ ਦੇ ਵਿੱਚੋਂ ਗੁਰੂ ਨੇ ਆਪ ਹੀ ਮਦਦ ਕਰਕੇ, ਆਪ ਹੀ ਰਹਿਮਤ ਕਰਕੇ ਪਾਸ ਵੀ ਕਰਵਾਉਣਾ ਹੁੰਦਾ ਹੈ। ਪਰ ਦੇਖਣਾ ਇਹ ਹੁੰਦਾ ਹੈ ਕਿ ਜਿਹੜਾ ਸਿੱਖ ਕਾਫੀ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ, ਕਿ ਇਹਦਾ ਮਨ ਵੀ ਜੁੜ ਗਿਆ ਹੈ। ਸਰੀਰਕ ਤੌਰ ਤੇ ਤਾਂ ਹਾਜ਼ਰੀ ਭਰਦਾ ਹੈ, ਕਿ ਇਹਦਾ ਮਨ ਵੀ ਹਾਜ਼ਰੀ ਭਰਦਾ ਹੈ ਕਿ ਨਹੀਂ। ਗੁਰੂ ਨੇ ਪਰਖਣਾ ਹੁੰਦਾ ਹੈ ਤੇ ਪਰਖਦਾ ਵੀ ਹੈ, ਤੇ ਪਾਸ ਵੀ ਉਹ ਹੁੰਦਾ ਹੈ ਜਿਹਦਾ ਭਰੋਸਾ ਗੁਰੂ ਦੇ ਉੱਤੇ ਪੂਰਨ ਤੌਰ ਤੇ ਹੋਏ। ਸੋ ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਂਦੇ ਪਏ ਨੇ, ਕਹਿੰਦੇ ਉਸਤਤ ਨਿੰਦਿਆ ਨਾਹੇ ਜਿਹ ਕੰਚਨ ਲੋਹ ਸਮਾਨ। ਜਿਹਦੇ ਮਨ ਦੇ ਵਿੱਚ ਉਸਤਤ ਤੇ ਨਿੰਦਿਆ ਦਾ ਪ੍ਰਭਾਵ ਵੀ ਕੋਈ ਨਹੀਂ। ਕੋਈ ਵਡਿਆਈ ਕਰ ਰਿਹਾ ਹੈ ਤਾਂ ਵੀ ਕੋਈ ਫਰਕ ਨਹੀਂ ਪੈ ਰਿਹਾ, ਕੋਈ ਨਿੰਦਿਆ ਕਰ ਰਿਹਾ ਹੈ ਫਰਕ ਤਾਂ ਵੀ ਨਹੀਂ ਪੈ ਰਿਹਾ। ਕੰਚਨ ਲੋਹ ਸਮਾਨ, ਸੋਨੇ ਨੂੰ ਲੋਹੇ ਦੇ ਬਰਾਬਰ ਸਮਝਦਾ ਹੈ। ਮਤਲਬ ਕਿ ਉਹਦੇ ਅੰਦਰ, ਉਹਦੀ ਨਜ਼ਰ ਦੇ ਵਿੱਚ ਅਮੀਰ ਤੇ ਗਰੀਬ ਇੱਕ ਬਰਾਬਰ ਨੇ। ਇਹ ਨਹੀਂ ਕਿ ਅਮੀਰ ਦੇ ਨਾਲ ਉਹਦਾ ਜਿਹੜਾ ਬਿਹੇਵੀਅਰ ਹੈ ਕੁਝ ਹੋਰ ਹੋਏ ਤੇ ਗਰੀਬ ਦੇ ਨਾਲ ਕੁਝ ਹੋਰ, ਨਹੀਂ। ਉਹਦੀ ਨਜ਼ਰ ਦੇ ਵਿੱਚ ਅਮੀਰੀ ਤੇ ਗਰੀਬੀ ਇੱਕ ਬਰਾਬਰ ਹੋ ਗਈ। ਨਾ ਕੋਈ ਅਮੀਰ ਹੈ ਤੇ ਨਾ ਗਰੀਬ ਹੈ, ਸਾਰਿਆਂ ਨੂੰ ਉਹ ਇੱਕ ਬਰਾਬਰ ਦੇਖਦਾ ਪਿਆ ਹੈ। ਤੇ ਜਿਹੜਾ ਐਸਾ ਇਨਸਾਨ ਬਣ ਗਿਆ ਗੁਰੂ ਰਹਿਮਤ ਸਦਕਾ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣ। ਉਹੀ ਮੁਕਤ ਹੈ, ਉਹੀ ਪਹੁੰਚਿਆ ਹੋਇਆ ਹੈ, ਉਹੀ ਬੰਧਨਾਂ ਤੋਂ ਆਜ਼ਾਦ ਹੈ, ਉਹੀ ਪਿਓਰ ਹੈ, ਉਹੀ ਮੰਜ਼ਿਲ ਤੇ ਪਹੁੰਚ ਗਿਆ ਜਿਸ ਦੇ ਅੰਦਰ ਗੁਰੂ ਕਿਰਪਾ ਸਦਕਾ ਐਸੀ ਕਲਾ ਵਰਤ ਗਈ। ਗੁਰੂ ਰਹਿਮਤ ਕਰੇ, ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਲੋਕ ਜਿਹੜਾ ਹੈ ਇਹ ਕਿਤੇ ਸਾਡੇ ਅੰਦਰ ਵੀ ਵਸ ਸਕੇ, ਐਸੀ ਭਾਵਨਾ ਸਾਡੇ ਅੰਦਰ ਵੀ ਪੈਦਾ ਹੋ ਜਾਏ, ਅਸੀਂ ਵੀ ਕਿਤੇ ਗੁਰੂ ਸਾਹਿਬ ਦਾ ਲੜ ਪਕੜ ਕੇ ਇਹਨਾਂ ਵਿਕਾਰਾਂ ਦੀਆਂ, ਭਰਮਾਂ ਦੀਆਂ, ਕਰਮ ਕਾਂਡਾਂ ਦੀਆਂ ਜਿਹੜੀਆਂ ਜੰਜੀਰਾਂ ਜਾਂ ਜਿਹੜੀ ਕੈਦ ਦੇ ਵਿੱਚ ਅਸੀਂ ਫਸੇ ਪਏ ਹਾਂ, ਇਹਦੇ ਵਿੱਚੋਂ ਆਜ਼ਾਦ ਹੋ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।